ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਵਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ, ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਸ਼੍ਰੀ ਚੰਦ ਜੀ ਤਬੈ ਬੁਲਾਇਓ, ਆਵੋ ਖਿੰਥਾ ਮਹਿ ਜੋ ਟੇਕਾਇਓ। ਤੁਰਕੇਸ਼ਰ ਕੋ ਆਪਣੋ ਆਪ, ਕਰੋ ਦਿਖਾਵਣ ਸਹਿਤ ਪ੍ਰਤਾਪ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਪਰ ਕੇ ਖਿੰਤਾ ਸੋ ਉਤਾਰੇ, ਤਰੇ ਤਹਾਂ ਜਹ ਪਰੇ ਨਿਹਾਰੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਭਾਈ ਰਾਮ ਕੁਇਰ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਨੂੰ ਸੁਣਾਉਣ ਲੱਗੇ ਨੇ। ਉਸ ਤੋਂ ਪਹਿਲੋਂ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਉਹਨਾਂ ਦੇ ਬਾਰੇ ਦੱਸ ਰਹੇ ਨੇ ਕਿ ਧੰਨ ਬਾਬਾ ਸ਼੍ਰੀ ਚੰਦ ਜੀ ਲਾਹੌਰ ਪਹੁੰਚੇ ਨੇ ਤੇ ਜਦੋਂ ਜਹਾਂਗੀਰ ਨੇ ਬਾਰ-ਬਾਰ ਬੁਲਾਇਆ ਉੱਥੇ ਪਹੁੰਚ ਗਏ। ਦਰਬਾਰ ਦੇ ਵਿੱਚ ਜਦੋਂ ਪਹੁੰਚੇ ਨੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਜਿਹੜੀ ਮੋਢੇ ਉੱਤੇ ਪਾਈ ਹੋਈ ਖਿੰਥਾ ਹੈ, ਇਹ ਖਿੰਥਾ ਕਈ ਇੱਕ ਝੋਲਾ ਹੈ ਜਿਹੜਾ ਜੋਗੀਆਂ ਦੇ ਕੋਲ ਹੁੰਦਾ ਹੈ, ਉਹ ਝੋਲਾ ਰੱਖ ਦਿੱਤਾ ਤੇ ਇਹਨਾਂ ਕੋ ਸਾਹਮਣੇ ਰੱਖਿਆ ਜਿਹੜਾ ਨਜ਼ਰ ਆਉਂਦਾ ਰਹੇ। ਬਿਰਧ ਅਵਸਥਾ ਤਬ ਚਲ ਗਏ, ਸਾਦਰ ਬੋਲ ਬਿਠਾਵਤ ਭਏ। ਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਭਾਈ ਰਾਮ ਕੁਇਰ ਜੀ ਕਥਾ ਸੁਣਾ ਰਹੇ ਨੇ ਸਿੰਘਾਂ ਨੂੰ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਲਾਹੌਰ ਚੱਲ ਕੇ ਗਏ ਸਨ, ਬੜੀ ਬਿਰਧ ਅਵਸਥਾ ਸੀ। ਉਦੋਂ ਤਕਰੀਬਨ 150 ਸਾਲ ਦੇ ਨੇੜੇ ਢੁੱਕਣ ਵਾਲੇ ਸਨ। ਬਜ਼ੁਰਗ ਜਾਣ ਕੇ, ਇੱਕ ਜੋਗੀ ਜਾਣ ਕੇ ਬਾਦਸ਼ਾਹ ਨੇ ਬੜੇ ਸਨਮਾਨ ਦੇ ਨਾਲ ਉੱਚੀ ਥਾਂ ਤੇ ਬਿਠਾਇਆ ਹੈ। ਕਰਿਓ ਪਰਸ ਪਾਰ ਬਾਕ ਬਿਲਾਸ, ਉੱਤਰ ਉਚਿਤ ਦੀਏ ਤਿਸ ਪਾਸ। ਕਹਿੰਦੇ ਪਰਸ ਪਰ ਆਪਸ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਔਰ ਜਹਾਂਗੀਰ ਨੇ ਆਪਸ ਵਿੱਚ ਜਿਹੜੇ ਨੇ ਬਚਨ ਬਿਲਾਸ ਕੀਤੇ ਔਰ ਬਾਬਾ ਸ਼੍ਰੀ ਚੰਦ ਨੇ ਬੜੇ ਢੁਕਵੇਂ ਅੱਗੋਂ ਜਿਹੜੇ ਸਾਰੇ ਜਵਾਬ ਦਿੱਤੇ। ਪੁੰਨ ਤੁਰਕੇਸ਼ ਬਿਲੋਚਨ ਕਰੇ, ਖਿੰਤਾ ਬਹੁ ਕੰਪਤ ਜਹ ਧਰੇ। ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਬਾਅਦ ਵਿੱਚ ਦੇਖਿਆ ਹੈ ਕਿ ਜਿਹੜੀ ਗੋਦੜੀ ਸਾਹਮਣੇ ਰੱਖੀ ਹੈ ਉਹ ਬੜੀ ਕੰਬ ਰਹੀ ਹੈ, ਹਿੱਲ ਰਹੀ ਹੈ
ਤੇ ਇਸ ਤਰ੍ਹਾਂ ਕੰਬਦੇ ਜਿਵੇਂ ਵਿੱਚ ਕੋਈ ਪੰਛੀ ਹੋਵੇ, ਕੋਈ ਜਾਨਵਰ ਹੋਵੇ। ਇਤ ਉਤ ਚੱਲੇ ਉੱਠੇ ਗਿਰ ਧਰਨੀ, ਕਬ ਇਕੱਠੇ ਕਬ ਹੋਏ ਪਸਰਨੀ। ਹੁਣ ਬਾਦਸ਼ਾਹ, ਤੁਰਕ ਬਾਦਸ਼ਾਹ ਉਸ ਗੋਦੜੀ ਲਈ ਦੇਖਣ ਲੱਗ ਗਏ ਨਿਗਾਹ ਟਿਕਾ ਕੇ, ਕਿ ਉਹ ਗੋਦੜੀ ਕਦੇ ਅੱਗੇ ਪਿੱਛੇ ਚੱਲਦੀ ਹੈ, ਉਹ ਕਦੇ ਕੰਬਦੀ ਹੈ, ਕਦੇ ਉੱਤੇ ਨੂੰ ਉੱਠਦੀ, ਕਦੇ ਇੱਕਦਮ ਧਰਤੀ 'ਤੇ ਡਿੱਗ ਕੇ ਐਨ ਇਕੱਠੀ ਜਿਹੀ ਹੋ ਜਾਂਦੀ ਹੈ, ਸੁੰਗੜ ਜਾਂਦੀ ਹੈ। ਕਬ ਉੱਚੇ ਹੋਏ ਲੈ ਅੰਗਰਾਈ, ਕਬੇ ਚੰਭਾਏ ਕੇ ਸਮਤਾਈ। ਕਹਿੰਦੇ ਉਹ ਗੋਦੜੀ ਕਦੇ ਇੱਕਦਮ ਉੱਚੀ ਉੱਠਦੀ ਹੈ, ਉੱਚੀ ਉੱਠ ਕੇ ਜਿਵੇਂ ਕੋਈ ਆਕੜੇ ਲੈਂਦਾ ਅੰਗੜਾਈ, ਇਸ ਤਰ੍ਹਾਂ ਅੰਗੜਾਈ ਲੈਂਦੀ, ਕਦੇ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਬਾਸੀ ਲਈ ਹੋਵੇ। ਕੰਪਤ ਖਿੰਥਾ ਪਿਖ ਬਿਸਮਾਇਓ, ਹਿਤ ਬੂਝਣ ਤੁਰਕੇਸ਼ ਹਲਾਇਓ। ਬਾਦਸ਼ਾਹ ਇਸ ਕੰਬਦੀ ਹੋਈ ਗੋਦੜੀ ਨੂੰ ਵੇਖ ਕੇ ਰਿਹਾ ਨਹੀਂ ਗਿਆ। ਬਾਦਸ਼ਾਹ ਨੇ ਬਾਬਾ ਸ਼੍ਰੀ ਚੰਦ ਨੂੰ ਪੁੱਛ ਹੀ ਲਿਆ ਕਿ ਬਾਬਾ ਜੀ, ਤਰੈ ਗੋਦਰੀ ਕਿਆ ਤਜ ਆਏ, ਇਤਿ ਤੋ ਹੋਤ ਬਿਕਲ ਅਕੁਲਾਏ। ਕਿ ਬਾਬਾ ਜੀ, ਆ ਗੋਦੜੀ ਥੱਲੇ ਕੁਛ ਭੁੱਲ ਤੇ ਨਹੀਂ ਆਏ, ਕੋਈ ਜਾਨਵਰ, ਕੋਈ ਪੰਛੀ, ਕੋਈ ਗੋਦੜੀ ਦੇ ਥੱਲੇ ਰਹਿ ਤਾਂ ਨਹੀਂ ਗਿਆ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬੜਾ ਕੋਈ ਦੁਖੀ ਹੈ ਔਰ ਦੁਖੀ ਹੋ ਰਿਹਾ ਹੈ। ਸੁਣਤ ਕਹਿਓ ਸ੍ਰੀ ਨਾਨਕ ਨੰਦ, ਦਰਵੇਸ਼ਣ ਕੇ ਖਿਆਲ ਬਿਲੰਦ। ਇਹ ਸੁਣ ਕੇ ਕਹਿੰਦੇ ਸੁਣਤ ਕਹਿਓ ਸ੍ਰੀ ਨਾਨਕ ਨੰਦ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੰਦ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਬਾਦਸ਼ਾਹ ਦਰਵੇਸ਼ਣ ਕੇ ਖਿਆਲ ਬਿਲੰਦ। ਭਈ ਦਰਵੇਸ਼ਾਂ ਦੇ ਖਿਆਲ ਉੱਚੇ ਹੁੰਦੇ ਨੇ, ਦਰਵੇਸ਼ਾਂ ਦੇ ਖਿਆਲ ਦੁਨੀਆ ਨਾਲੋਂ ਵੱਖਰੇ ਹੁੰਦੇ ਨੇ। ਇਨ ਕੋ ਅੰਤ ਲੈਣ ਭਲ ਨਾਹੀ, ਨਿੱਕੇ ਜਿਤਕ ਸੇਵ ਬਣ ਜਾਹੀ। ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਦਰਵੇਸ਼ਾਂ ਦਾ ਅੰਤ ਲੈਣਾ ਚੰਗੀ ਗੱਲ ਨਹੀਂ, ਦਰਵੇਸ਼ਾਂ ਦਾ ਭੇਦ ਬਹੁਤਾ ਲੈਣਾ ਚੰਗੀ ਗੱਲ ਨਹੀਂ। ਬਸ ਦਰਵੇਸ਼ਾਂ ਦੀ ਤਾਂ ਜਿੰਨੀ ਸੇਵਾ ਹੋ ਸਕੇ ਸੇਵਾ ਕਰ ਲੈਣੀ ਚਾਹੀਦੀ ਹੈ, ਉਹੀ ਚੰਗੀ ਹੈ। ਕੋਈ ਕਿਮ ਵਰਤੈ ਕਿਮ ਹੋਏ, ਨਿਤ ਖੁਦਾਏ ਕੇ ਸਨਮੁਖ ਹੋਏ। ਕਿਉਂਕਿ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਜਿਹੜੇ ਦਰਵੇਸ਼ ਹੁੰਦੇ ਨੇ ਨਾ, ਕੋਈ ਕਿਸ ਢੰਗ ਨਾਲ ਵਿਚਰਦਾ ਹੈ, ਜੀਵਨ ਵਿੱਚ ਕੋਈ ਕਿਸ ਢੰਗ ਨਾਲ ਰਹਿੰਦਾ ਹੈ, ਪਰ ਜਿਹੜੇ ਵੀ ਢੰਗ ਨਾਲ ਵਿਚਰਦੇ ਨੇ ਉਹ ਰਹਿੰਦੇ ਖੁਦਾ ਦੇ ਸਨਮੁਖ ਹੀ ਨੇ। ਕਿਉਂਕਿ ਬਾਦਸ਼ਾਹ ਮੁਸਲਮਾਨ ਹੈ, ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਉਹ ਦਰਵੇਸ਼ ਖੁਦਾ ਦੇ ਸਾਹਮਣੇ ਰਹਿੰਦੇ ਨੇ, ਉਹਨਾਂ ਦੇ ਸਨਮੁਖ ਹੀ ਰਹਿੰਦੇ ਨੇ। ਜਹਾਂਗੀਰ ਨੇ ਪੁਨੇ ਬਖਾਨਾ, ਮੋਹਿ ਦਿਖਾਵੋ ਕਿਰਪਾ ਨਿਧਾਨਾ। ਪਰ ਜਹਾਂਗੀਰ ਨੇ ਫਿਰ ਉੱਥੇ ਗੱਲ ਨਹੀਂ, ਮਹਾਰਾਜ ਜੀ ਕਹਿੰਦੇ ਗੋਦੜੀ ਜਿਹੜੀ ਥੱਲੇ ਹਿੱਲ ਰਹੀ ਹੈ, ਇਹਦੇ ਥੱਲੇ ਕੀ ਹੈ? ਤੁਸੀਂ ਕਿਰਪਾ ਕਰਕੇ ਮੈਨੂੰ ਦਿਖਾਓ, ਕਿਰਪਾ ਤੁਸੀਂ ਤੇ ਕਰੋ, ਸ਼ਕਤੀਆਂ ਦੇ ਮਾਲਕ ਹੋ, ਇਹ ਗੋਦੜੀ ਥੱਲੇ ਜੋ ਕੁਛ ਹੈ ਮੈਨੂੰ ਵਿਖਾ ਦਿਓ। ਅਚਰਜ ਵਰਤਤ ਹੈ ਮਨ ਮੇਰੇ, ਖਿੰਤਾ ਕੰਪਤ ਪਹਿਰੇ ਹੇਰੇ। ਬਾਦਸ਼ਾਹ ਕਹਿੰਦਾ ਕਿ ਇਹ ਵੇਖ ਵੇਖ ਕੇ ਮੇਰੇ ਮਨ ਦੇ ਅੰਦਰ ਹੈਰਾਨੀ ਹੋ ਰਹੀ, ਬੜਾ ਅਚਰਜ ਵਰਤ ਰਿਹਾ ਹੈ ਕਿ ਇਹ ਗੋਦੜੀ, ਜਦੋਂ ਮੈਂ ਇਹਨੂੰ ਵੇਖਣਾ ਬਾਰ ਬਾਰ ਨਿਗਾਹ ਇੱਥੇ ਜਾਂਦੀ, ਕੰਬਦੀ ਹੈ, ਇਹ ਗੋਦੜੀ ਹਿੱਲਦੀ ਹੈ। ਅਪਰ ਨਹੀਂ ਕਛ ਜਾਣਿਓ ਜਾਏ, ਕਿਆ ਇਸ ਵਿਖੇ ਰਹਿਓ ਦੁੱਖ ਪਾਏ। ਤੇ ਬਾਦਸ਼ਾਹ ਕਹਿੰਦਾ, ਬਾਬਾ ਜੀ ਹੋਰ ਤਾਂ ਨਹੀਂ ਸਮਝ ਲੱਗਦੀ ਕਹਿੰਦੇ ਥੱਲੇ ਹੈ ਕੀ, ਪਰ ਜੋ ਵੀ ਕੁਛ ਇਹਦੇ ਥੱਲੇ ਹੈ ਦੁਖੀ ਬੜਾ ਹੈ ਔਰ ਬੜਾ ਜਿਵੇਂ ਅੰਦਰ ਵਿਲਕ ਰਿਹਾ ਹੈ। ਇਹ ਕਿਰਪਾ ਕਰੋ ਕਿ ਉਹਨੇ ਦਿਖਾਓ ਤਾਂ ਸਹੀ ਅੰਦਰ ਹੈ ਕੀ। ਸ਼੍ਰੀ ਚੰਦ ਜੀ ਤਬੇ ਬੁਲਾਇਓ, ਆਵੋ ਖਿੰਤਾ ਮਹਿ ਜੋ ਟਿਕਾਇਓ।
बाबा श्री चंद जी कहते हैं बादशाह फिर नहीं हटना, जरूरी वेखना है। हाँ महाराज जरूर दिखाओ। और बाबा श्री चंद फिर कहते हैं आ जा भाई बाहर, ये गोदड़े विच जो कुछ रखा है ना ये बाहर आ जा। तुरकेशर को अपने आप करो दिखावण सहत प्रताप। बाबा श्री चंद जी कहते हैं भाई गोदड़ी तो बाहर आ, ये बादशाह तेनू वेखना चाहता है। फिर अपना आप पूरे प्रताप सहित तेनू बादशाह नू विखाई दो भाई तू कौन है। बादशाह वेखना चाहता विखा कौन है। हो तो गोदरे महजुर पहारा सिर गुर सुत ने जबे हकारा। कहते जदों श्री गुर सुत ने धन गुरु नानक साहब दे सपुत्र बाबा श्री चंद जी ने आवाज़ मारी ना कि बाहर आ, और गोदड़े दे विचों मलेरिया ताप सी, उन्होंने तैया ताप भी कह देंगे। मलेरिया से मलेरिया इस तरह करता बड़ी, कदे ठंड लगती है, कदे कंबड़ी चढ़ती है, कदे हड्डां नूं तोड़ता है। जहांगीर कहो आण चढ़ियो है, शुष्क भयो मुख कंप बढ़ियो है। बस कहते उन्हें जहांगीर नूं दे दिते दर्शन, चंबड़ गया कि जहांगीर। और जो कुछ गोदड़ी दे विच करदे सी हुण वो जहांगीर आप कर रहा है। हड्ड टुटदे ने, बुल जिहड़े ने खुशक हो गए, जिवें अंदरों थुक भी सुक गई हो गई, हाथ पैर कंबन लग पे। तन रुमंच लोचन के लाल, तरप्यो पीरा बड़े विशाल। शरीर के सारे लू कंडे जिहड़े खड़े हो गए, इन्ना कंबा छड़िया कि इस नूं मैनू विखाओ, जिहड़ा कहंदा सी ना विखाओ। हुण वो सारे हड्ड पैर उस तरह टुटन लगे, शरीर उस तरह हिलन लग गया, तड़फदा है। हाड पूरणी सिर मैं बिरथा, भयो बेहाल मृतक होए जता। हड्ड पैर जिहड़े हथ पैर ने वो टुटदे ने, हड्ड टुट रहे ने। सिर दे विच पीड़ जिहड़ी है इवें जिवें सिर हुणे पट जाना है। इन्नी माड़ी हालत हुई, इस तरह लगता जहांगीर नूं कि बस हुणे मरिया, हुणे मौत हुई। हाथ जोर कह मोहे ना दिखावो, महा दुखत को शीघ्र हटावो। हाथ जोड़दा होया जहांगीर कहंदा कि बाबा जी नहीं वेखने, नहीं करने दर्शन, ये जो कुछ भी है तो बड़ा दुखी है। ये दुखी ने मैनू दुखी कर दिता, इन्हें दर्शन ना कराओ, इनू वापस बुला लो, ये गोदड़ी विच ठीक है। ना है ता प्राण हाण होए मेरे, तुम समरथ सब रीत बडेरे। नहीं तो बाबा जी जो कुछ समा होर इनके दर्शन करवाते रहे, मेरी मौत पक्की है, किते ना होवे हुणे प्राण ही निकल जाने। तुसीं समर्थ हो, तुसीं वड्डे हो, तुहाडा कहना नहीं मन्निया, पर हुण मेरी बेनती मन लो, इनू वापस ही बुला लो। बिना सुनत गुरपुत्र उचारा, हट प्रविशो तिस खिंथ मजारा। हुण कई बार ये भी लगता होगा कि इस तरह भी हो सकता है, बुखार नूं कोई गोदड़ी विच बंद भी कर सकता है। और ये गुरु की रहमत है। और धन बाबा श्री चंद ते धन गुरु नानक साहब जी के सपुत्र ने। जो कुछ सानू लगता है कि बिल्कुल नहीं हो सकता, इत्थे वो भी हो सकता है। बाबा श्री चंद जी कृपा के घर में आए, फिर आवाज़ मारी कि भाई आ जा, अपने टिकाने ते आ जा, गोदड़ी विच आ जा। तिस ते उतर गयो तत्काला, लगे हलन गोदरी विशाला। कहते उस वेले बुखार जिहड़ा बादशाह तो उतर गया, उस तरह गोदड़ी विच फिर आया, तो गोदड़ी पहलों की तरह फिर उस तरह हिलन लग गई। बादशाह को तो आराम आ गया, पर गोदड़ी उवें कंबदी उवें हिलती है।
जहांगीर सो पुने सुनायव, यह जोर हमरे तन हित आयव। बाबा श्री चंद जी कहते ने बादशाह कर ले दर्शन। हुण सुनना भी चाहुंदा कि है की सी जिंदे दर्शन होए ने। सुन, ये मलेरिया है। जदों तू बार बार सद्दे भेज रहा रसा, पिछली बारी सद्दा भेजिया, ये मलेरिया मेरे तन के उत्ते शरीर ते आया सी। ये कह लिए कि बुखार चढ़िया होया सी। चढ़े ताप के हम चले आए, तुम सो बोलन हित तज थाए। बाबा श्री चंद जी कहते हैं तेरे नाल बचन विलास करने वास्ते तेरी बेनती मन के सी बुखार के सने इत्थों तक चल के आए हैं। भाई गोदड़िया की सवारी करके आए सन, पर बुखार चढ़िया होया सी। तेरे नाल गलबात करनी सी। चढ़े ताप के सुनबो कहबो, होत न निके तन को दहबो। बादशाह बुखार होण तक चढ़िया होया सी, पर हुण तेरे नाल गलबात करनी सी। ते बुखार जो कुछ करदा ते तू दर्शन कर ही लए ने। ते इवें दे हालत विच कुछ कहना कुछ सुनना बिल्कुल ठीक नहीं सी लगना। कदे वासी आउणियां सी, कदे हत्थ पैर मुड़ने सन, क्योंकि बुखार ने तो कुछ करना ही सी। हम अब जात सो लेह संभारे, तुर के सिर सुन अचरज धारे। इस करके बाबा श्री चंद जी कहते हैं बुखार नूं कह लिए कि थोड़ी देर लई ला के गोदड़ी च पा लिया सी। हुण इत्थे गलबात करके बाहर जाना है, असीं इहनूं फिर अपने तन ते सहार लेना है। क्योंकि आपां कई बार लांभे दे दिंदे ने कि दुख क्यों आ गया, बुखार क्यों चढ़ गया जे असीं इन्नी सेवा करने वाले। पर बाबा श्री चंद जी कहते हैं ये दुख, ये ताप, ये बुखार, ये शरीर का एक धर्म है, आ गया है। इन्हें जदों तक रहना रहना ही है, चला जाएगा। पर थोड़ी देर रखा सी, हुणे बाहर जाकर असीं फिर शरीर ते हंडा लेना है। ये सुन के बादशाह हैरान बड़ा होया कि जेड़ी बीमारी नूं, जेड़े रोग नूं ये बन के बिठा सकते हैं, उन्होंने फिर शरीर ते बर्दाश्त करने की लोड़ की है। और बाबा श्री चंद जी कहते ने तो पाना है। हित रुखसद बहु भेट मंगाई, गुरसत लई ना तज तिस थाई। हुण बादशाह जो कुछ करामत वेखना चाहुंदा सी, होर तो नहीं कोई वेखी। इत्थे तसल्ली हो गई। कुछ सवाल पूछे, बाबा जी ने पूरी तसल्ली कराई। जहांगीर ने हुण बाबा जी नूं उत्थों विद्या करने वास्ते कि बुखार है, ये तुसीं कहंदे को हुणे फिर शरीर ते चढ़दा है। भेटा मंगाई, सोने दी मोहरा थैली भर के मंगा ली, अगे रख के मत्था टेकिया। पर बाबा श्री चंद ने वो भेटा लई नहीं। कहते गुरसुत लई ना तज तिस थाई, वो भेटा उत्थे रखी। ये बादशाह ये सोने दी मोहरा तेनों मुबारक हो। क्योंकि एक गल तो पक्की सी, जे बादशाह दे रहा है तो खून पसीने की कमाई तो होनी नहीं है, तो लोगों का खून चोड़िया होया। और दूजी गल बाबा श्री चंद जी कहते हैं गुरु पिता ने सानू बड़ा कुछ दिता है, करना की है। कपड़े असी नहीं पाते, प्रशादा है कदे मिल जे शकल ही दा है, नहीं तो फल फ्रूट का कोई ना कोई रुख मिल ही जाता है। इन्हां रुपइयां का, इन्हां मोहरां का साडे नाल काम ही कोई नहीं। और बड़े बड़े त्यागी अज भी ने। लेखिनता सेवक पर चढ़े, तुरकेशर के संसे कड़े। कहते बाबा श्री चंद जी ने वो गोदड़ी लई अपने मोढे ते पाई, ते आप अपने सेवक भाई गोदड़िया के मोढियां ते चढ़ गए। उतों उस बादशाह के सारे संसे दूर किते। उतों फिर बाबा जी वापस आए। जाए अपने थान बिराजे,
ਸਿਰੇ ਚੰਦ ਰਸ ਜੋਗ ਸੁਭਾਗੇ। ਕਹਿੰਦੇ ਬਾਬਾ ਸ਼੍ਰੀ ਚੰਦ ਜੀ ਉੱਥੋਂ ਆ ਕੇ ਆਪਣੇ ਥਾਂ ਤੇ ਬਿਰਾਜਮਾਨ ਹੋ ਗਏ, ਔਰ ਉਹ ਥਾਂ ਜਿਹੜਾ ਅੱਜ ਬਾਠ ਸਾਹਿਬ ਦੇ ਨਾਂ ਤੇ ਜਾਣਿਆ ਜਾਂਦਾ ਹੈ। ਜੋਗ ਰਸ ਦੇ ਵਿੱਚ ਮਸਤ ਸਨ। ਜੋਗ ਰਸ ਦੇ ਵਿੱਚ ਆ ਕੇ ਉਸ ਬਾਠ ਸਾਹਿਬ ਵਾਲੀ ਥਾਂ ਤੇ ਫਿਰ ਰੰਗੇ ਗਏ। ਖੱਟ ਪਾਤਸ਼ਾਹੀ ਲੱਗ ਜਗ ਰਹੇ, ਅਧਿਕ ਆਰਬਲ ਤਨ ਕੇ ਲਹੇ। ਤੇ ਭਾਈ ਰਾਮ ਕੌਰ ਜੀ ਕਹਿੰਦੇ ਨੇ ਉਹ ਬਾਬਾ ਸ਼੍ਰੀ ਚੰਦ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ 6ਵੇਂ ਪਾਤਸ਼ਾਹੀ ਤੱਕ ਆਪਣੇ ਸਰੀਰ ਦੇ ਵਿੱਚ ਰਹੇ। ਏਡੀ ਵੱਡੀ ਉਹਨਾਂ ਦੇ ਸਰੀਰ ਦੀ ਉਮਰ ਹੋਈ। ਸ਼੍ਰੀ ਗੁਰ ਹਰਗੋਬਿੰਦ ਕੇ ਨੰਦ, ਸ੍ਰੀ ਬਾਬਾ ਗੁਰਦਿੱਤਾ ਚੰਦ। ਕਹਿੰਦੇ ਜਦੋਂ ਬਾਬਾ ਸ਼੍ਰੀ ਚੰਦ ਜੀ ਬਾਠ ਸਾਹਿਬ ਆ ਕੇ ਦੁਬਾਰੇ ਬੈਠੇ ਨੇ, ਫਿਰ 6ਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਨੂੰ ਗੁਰਦਿੱਤਾ ਚੰਦ ਲਿਖਿਆ ਹੈ, ਉਹ ਆਏ ਨੇ। ਤਿਨਹੋਂ ਜਾਇ ਕਰ ਸੀਸ ਨਿਵਾਵਾ, ਬਿਨੇ ਠਾਣ ਬਹੁ ਭਾਵ ਬੰਧਾਵਾ। ਕਹਿੰਦੇ ਉਹ ਬਾਬਾ ਗੁਰਦਿੱਤਾ ਜੀ ਆਏ, ਬਾਬਾ ਸ਼੍ਰੀ ਚੰਦ ਨੂੰ ਆ ਕੇ ਸੀਸ ਨਵਾਇਆ, ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੜੇ ਪ੍ਰੇਮ ਦੇ ਨਾਲ ਉਹਨਾਂ ਦੇ ਕੋਲ ਬੈਠ ਗਏ ਨੇ। ਔਰ ਇਹ ਅੱਗੇ ਜਾ ਕੇ ਪ੍ਰਸੰਗ ਆਉਣਾ ਹੈ 6ਵੇਂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਕਿ ਬਾਬਾ ਸ਼੍ਰੀ ਚੰਦ ਜੀ ਗਏ ਸਨ 6ਵੇਂ ਪਾਤਸ਼ਾਹ ਜੀ ਕੋਲ ਤੇ ਹੱਸ ਕੇ ਕਿਹਾ ਸੀ ਕਿ ਨਾਨਕ ਕੇ ਘਰ ਕਿੰਨੇ ਸਾਹਿਬਜ਼ਾਦੇ ਨੇ? ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੀ 5, ਭਈ ਸਾਡੇ ਲਈ ਵੀ ਕੋਈ ਹੈ? ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਸਾਰੇ ਤੁਹਾਡੇ ਨੇ। ਉਦੋਂ ਬਾਬਾ ਸ਼੍ਰੀ ਚੰਦ ਨੇ ਕਿਹਾ ਸੀ ਕਿ ਵੱਡਾ ਸਾਨੂੰ ਦੇ ਦਿਓ। ਇਹ ਬਾਬਾ ਸ਼੍ਰੀ ਚੰਦ ਨੇ ਗੋਦ ਲਿਆ ਸੀ ਬਾਬਾ ਗੁਰਦਿੱਤਾ ਜੀ, ਔਰ ਬਾਬਾ ਗੁਰਦਿੱਤਾ ਜੀ ਅੱਗੇ ਬਾਬਾ ਸ਼੍ਰੀ ਚੰਦ ਜੀ ਦੇ ਉਸ ਉਦਾਸੀਨ ਸੰਪਰਦਾ ਦੇ ਦੂਜੇ ਮੁਖੀ ਬਣੇ। ਪਹਿਲੇ ਬਾਬਾ ਸ਼੍ਰੀ ਚੰਦ ਜੀ ਆਪ, ਫਿਰ 6ਵੇਂ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੂਜੇ ਨੰਬਰ ਤੇ ਬਣੇ ਸਨ। ਕੁਲਹੇ ਉਤਾਰ ਤਬੇ ਨਿਜ ਸਿਰ ਤੇ, ਤਿਨ ਕੇ ਸੀਸ ਧਰੇ ਨਿਜ ਕਰਤੇ। ਔਰ ਜਦੋਂ ਬਾਬਾ ਸ਼੍ਰੀ ਚੰਦ ਜੀ ਉੱਥੇ ਗਏ ਸਨ, ਬਾਬਾ ਗੁਰਦਿੱਤਾ ਜੀ ਨੂੰ ਮਿਲੇ ਸਨ, ਉਹ ਜਿਹੜਾ ਸਥਾਨ ਹੈ ਉਹ ਕੀਰਤਪੁਰ ਸਾਹਿਬ ਵਿੱਚ ਹੈ। ਬਾਠ ਸਾਹਿਬ ਤੇ ਹੈ, ਕੀਰਤਪੁਰ ਸਾਹਿਬ ਸਥਾਨ ਹੈ ਬਾਬਾ ਸ਼੍ਰੀ ਚੰਦ ਜੀ ਦਾ। ਕਹਿੰਦੇ ਇੱਥੇ ਬਾਬਾ ਸ਼੍ਰੀ ਚੰਦ ਨੇ ਆਪਣੇ ਸਿਰ ਤੋਂ ਉਹ ਫਿਰ ਲੰਮੀ ਸੇਲੀ ਟੋਪੀ ਜਿਹੜੀ ਪਾਈ ਸੀ ਉਹ ਉਤਾਰੀ, ਔਰ ਬਾਬਾ ਗੁਰਦਿੱਤਾ ਜੀ ਦੇ ਸਿਰ ਤੇ ਰੱਖ ਦਿੱਤੀ। ਆਪਣ ਸਥਾਨ ਥਾਪ ਕਰ ਆਪ, ਕਰਤ ਭਏ ਦੀਰਘ ਪ੍ਰਤਾਪ। ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਥਾਂ ਤੇ ਬਾਬਾ ਗੁਰਦਿੱਤਾ ਜੀ ਨੂੰ ਸਥਾਪਿਤ ਕਰ ਦਿੱਤਾ। ਸਰੀਰ ਦੀ ਹਰ ਬਲਾ ਬੇਨਤੀ ਕੀਤੀ, 150 ਸਾਲ ਦੇ ਕਰੀਬ ਸੀ, ਸਰੀਰ ਨੂੰ ਛੱਡਣਾ ਸੀ। ਔਰ ਬਾਬਾ ਗੁਰਦਿੱਤਾ ਜੀ ਦਾ ਪ੍ਰਤਾਪ ਪਹਿਲੋਂ ਵੀ ਬੜਾ ਵੱਡਾ ਸੀ, ਕਿਉਂਕਿ 6ਵੇਂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਨੇ। ਉਸ ਪ੍ਰਤਾਪ ਨੂੰ ਬਾਬਾ ਸ਼੍ਰੀ ਚੰਦ ਨੇ ਇਹ ਸੇਲੀ ਟੋਪੀ ਦੇ ਕੇ ਹੋਰ ਵਧਾ ਦਿੱਤਾ ਹੈ। ਸ਼੍ਰੀ ਬਾਬਾ ਗੁਰਦਿੱਤਾ ਫੇਰ, ਸਰਬ ਰੇਤ ਤੇ ਭਏ ਵਡੇਰ। ਤੇ ਭਾਈ ਰਾਮ ਕੌਰ ਜੀ ਕਹਿੰਦੇ ਨੇ ਬਾਬਾ ਗੁਰਦਿੱਤਾ ਜੀ ਫਿਰ ਇਸ ਢੰਗ ਨਾਲ ਉਹ ਹੋਰ ਵੱਡੇ ਹੋਏ, ਉਹਨਾਂ ਦੀ ਵਡਿਆਈ ਹੋਰ ਵਧੀ। ਇਨ ਕੇ ਸਿੱਖ ਪੇ ਚਾਰ ਅਗਾਰੀ, ਜਿਨੋਂ ਬੈਠ ਕੀਨ ਸਤਬ ਭਾਰੀ। ਤੇ ਭਾਈ ਰਾਮ ਕੌਰ ਜੀ ਕਹਿ ਰਹੇ ਨੇ ਅੱਗੇ ਬਾਬਾ ਗੁਰਦਿੱਤਾ ਜੀ ਦੇ 4 ਸਿੱਖ ਹੋਏ। ਕਹਿ ਦਈਏ ਕਿ 4 ਚੇਲੇ ਹੋਏ ਜਿਹੜੇ ਉਦਾਸੀਨ ਸੰਪਰਦਾ ਜਿਵੇਂ ਚਲਾਈ। ਉਹ 4 ਧੂਣੇ ਅੱਗੇ ਬਾਬਾ ਗੁਰਦਿੱਤਾ ਜੀ ਨੇ ਸਥਾਪਿਤ ਕੀਤੇ। ਤੇ 4 ਧੂਣੇ ਕਿੰਨਾ ਕਿੰਨਾ ਦੇ ਸਨ, ਉਹ ਕਿਹੜੇ ਕਿਹੜੇ ਚੇਲੇ ਸਨ? ਬਾਲੂ ਹਸਣਾ ਫੂਲ ਪੁੰਨ, ਗੋਂਦਾ ਅਰ ਅਨਮਸਤ। ਇਹ 4 ਦੇ ਨਾਂ ਨੇ ਕਿ ਬਾਲੂ ਹਸਣਾ, ਤੇ ਦੂਸਰਾ ਜਿਹੜਾ ਫੂਲ ਜੀ ਹੈ, ਤੀਸਰਾ ਭਾਈ ਗੋਂਦਾ ਜੀ, ਤੇ ਚੌਥਾ ਭਾਈ ਅਲਮਸਤ ਜੀ। ਇਹ 4 ਧੂਣੇ ਸਨ। ਕਹਿ ਦਈਏ ਕਿ ਅੱਗੇ ਇਹਨਾਂ 4 ਨੇ ਇਸ ਸੰਪਰਦਾ ਨੂੰ ਅੱਗੇ ਚਲਾਇਆ ਬਾਬਾ ਗੁਰਦਿੱਤਾ ਜੀ ਤੋਂ ਬਾਅਦ।
ਸੁਖ ਉਦਾਸੀ ਇਹ ਭਏ ਬਹੁਰੋ ਸਾਧ ਸਮਸਤ। ਕਹਿੰਦੇ ਬਾਅਦ ਵਿੱਚ ਇਹ ਚਾਰੇ ਉਦਾਸੀ ਹੋਏ, ਚਾਰ ਇਹ ਅੱਗੇ ਪੰਥ ਚੱਲੇ। ਬਾਬਾ ਸ਼੍ਰੀ ਚੰਦ ਜੀ ਪੰਥ ਅੱਗੇ ਚੱਲਿਆ ਤੇ ਅੱਗੋਂ ਫਿਰ ਲੱਖਾ ਹੀ ਹੋਏ, ਉਦਾਸੀਨ ਹੋਏ। ਉਹਨਾਂ ਦੀ ਕਹਿ ਲਈਏ ਕਿ ਬਾਬਾ ਸ਼੍ਰੀ ਚੰਦ ਜੀ ਦੀ ਕੁੱਲ ਉਹ ਉਦਾਸੀਨ ਦੇ ਰੂਪ ਵਿੱਚ ਅੱਗੇ ਚੱਲ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਬੇਨਤੀ ਕੀਤੀ ਸੀ ਕਿ ਇੱਕ ਤੇ ਬਾਬਾ ਸ਼੍ਰੀ ਚੰਦ ਦੇ ਰੂਪ ਵਿੱਚ ਇਸ ਢੰਗ ਨਾਲ ਇਹ ਚੱਲੀ ਉਦਾਸੀਨ ਸੰਪਰਦਾ। ਇੱਕ ਕੁੱਲ ਉਹ ਜਿਹਨੂੰ ਬਿੰਦੀ ਕੁੱਲ ਕਿਹਾ ਗਿਆ, ਬਾਬਾ ਲਖਮੀ ਦਾਸ ਜੀ ਤੋਂ ਉਹਨਾਂ ਦਾ ਨਾਮ ਲਖਮੀ ਦਾਸ ਵੀ ਹੁੰਦਾ ਤੇ ਲਖਮੀ ਚੰਦ ਵੀ ਬਹੁਤੀਆਂ ਥਾਵਾਂ 'ਤੇ ਲਿਖਿਆ ਮਿਲਦਾ ਹੈ। ਬਾਬਾ ਲਖਮੀ ਦਾਸ ਜੀ ਉਹਨਾਂ ਦੇ ਅੱਗੇ ਕੁੱਲ ਚੱਲਦੀ ਰਹੀ ਔਰ 10ਵੇਂ ਪਾਤਸ਼ਾਹ ਜੀ ਦੇ ਸਮੇਂ ਕਹਿੰਦੇ ਭਾਈ ਕਲਾਵਣ ਹੋਏ ਬਾਬਾ ਲਖਮੀ ਦਾਸ ਜੀ ਦੀ ਕੁੱਲ ਵਿੱਚੋਂ। ਉਹਨਾਂ ਦੇ ਘਰ ਅੱਗੇ ਸੰਤਾਨ ਨਹੀਂ ਸੀ ਹੋਈ ਔਰ 6ਵੇਂ ਪਾਤਸ਼ਾਹ ਉਹ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਉਹਨਾਂ ਅਰਦਾਸ ਕੀਤੀ ਸੀ, ਘਰ ਵਿੱਚ ਔਲਾਦ ਹੋਵੇ, ਪੁੱਤਰ ਦੀ ਮੰਗ ਮੰਗੀ ਸੀ ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਤੇਰੇ ਘਰ ਪੁੱਤਰਾ ਹੋਏਗਾ। ਪੁੱਤਰ ਮੰਗਿਆ ਸਕੇ, ਪੁੱਤਰੇ ਦਾ ਵੀ ਬਖਸ਼ਿਸ਼ ਕਰ ਦਿੱਤੀ, ਪੋਤਾ ਹੋਏਗਾ। ਔਰ ਨਾਲ ਗੁਰੂ ਸਾਹਿਬ ਜੀ ਕਹਿੰਦੇ ਪੋਤੇ ਦਾ ਨਾਂ ਰੱਖਣਾ ਤੁਸੀਂ ਸਾਹਿਬ ਸਿੰਘ, ਭਾਈ ਸਾਹਿਬ ਸਿੰਘ ਬੇਦੀ। ਉੱਥੋਂ ਲੈ ਕੇ ਉਹ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੁੱਲ ਕਹੀਏ ਬਾਬਾ ਲਖਮੀ ਦਾਸ ਜੀ ਤੋਂ, ਉਹ ਫਿਰ ਅੱਗੇ ਅੰਮ੍ਰਿਤਧਾਰੀ ਸਿੰਘ ਅੱਜ ਉਹ ਕੁੱਲ ਚੱਲ ਰਹੀ ਹੈ। ਇੱਧਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਕੁੱਲ ਇਹ ਹੈ ਕਿ ਜਿਹੜੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਗੁਰੂ ਰੂਪ ਦੇ ਵਿੱਚ ਸਾਡੇ ਸਾਹਮਣੇ ਨੇ। ਤਿੰਨ ਤੇ ਬਿਦਤਿਓ ਪੰਥ ਉਦਾਸੀ, ਲਾਖੋ ਭਏ ਕਰੇ ਤਪਰਾਸੀ। ਤੇ ਕਵੀ ਰਾਜ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਜੀ ਅੱਗੇ ਬਾਬਾ ਗੁਰਦਿੱਤਾ ਜੀ, ਚਾਰ ਉਹਨਾਂ ਤੋਂ ਅੱਗੇ ਤੇ ਫਿਰ ਉਹਨਾਂ ਤੋਂ ਅੱਗੇ ਬੜਾ ਪੰਥ ਚੱਲਿਆ। ਲੱਖਾਂ ਹੀ ਅੱਗੇ ਉਦਾਸੀਨ ਅੱਗੇ ਜਿਹੜੇ ਪੈਦਾ ਹੋਏ, ਜਿਹੜੇ ਬੜੇ ਬੜੇ ਤਪ ਕਰਨ ਵਾਲੇ ਤਪਸਵੀ ਪੈਦਾ ਹੋਏ। ਸ੍ਰੀ ਨਾਨਕ ਕੇ ਅਸ ਜੁਗ ਨੰਦਨ, ਕਵ ਸੰਤੋਖ ਸਿੰਘ ਠਾਨਤ ਬੰਦਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਜੁਗ ਨੰਦਨ ਇਹ ਦੋ ਸਪੁੱਤਰ ਹੋਏ, ਜਿਨ੍ਹਾਂ ਦਾ ਸੰਖੇਪ ਦੇ ਵਿੱਚ ਇਤਿਹਾਸ ਭਾਈ ਰਾਮ ਕੁਇਰ ਜੀ ਨੇ ਸੁਣਾਇਆ ਹੈ। ਹੁਣ ਭਾਈ ਰਾਮ ਕੁਇਰ ਜੀ ਅੱਗੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਉਹਨੂੰ ਸ਼ੁਰੂ ਕਰਨਗੇ। ਅੱਗੇ ਲਿਖਦੇ ਨੇ 15 ਸਤ ਖਟ 20 ਸੈ, ਜਨਮ ਗੁਰੂ ਮਹਾਰਾਜ ਕੇ ਸੰਮਤ 1526 ਬਿਕਮ ਹੋਈ, ਜਿਹਨੂੰ ਸਨ ਆਪਾਂ ਕਹਿੰਦੇ 1469। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸੰਸਾਰ ਦੇ ਵਿੱਚ ਪ੍ਰਕਾਸ਼ ਹੋਇਆ, ਉਹਨਾਂ ਦਾ ਆਗਮਨ ਹੋਇਆ। ਇਹ 7ਵਾਂ ਅਧਿਆਇ ਕਿ ਕਵੀ ਸੰਤੋਖ ਸਿੰਘ ਜੀ ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਭਾਈ ਰਾਮ ਕੁਇਰ ਜੀ ਸੁਣਾ ਰਹੇ ਨੇ। 17 ਸੰਮਤ ਛਿਤ ਰਹੇ, ਅਣਕ ਗਰੀਬ ਨਿਵਾਜ। ਫਿਰ ਗੁਰੂ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ 70 ਸਾਲ ਦੇ ਕਰੀਬ ਸਰੀਰ ਦੇ ਰੂਪ ਵਿੱਚ ਇਸ ਸੰਸਾਰ ਤੇ ਰਹੇ। ਚੌਪਈ ਕੋਰ ਕਾਮ ਪਵ ਜੀਵ ਦੁਖਾਰੇ, ਸਸ ਸਮ ਉਦਿਤ ਕਰੇ ਸੁਖਾਰੇ। ਤੇ ਭਾਈ ਰਾਮ ਕੁਇਰ ਜੀ ਕਹਿੰਦੇ ਨੇ ਇਸ ਭਿਆਨਕ ਤ੍ਰਿਸ਼ਨਾ ਦੇ ਵਿੱਚ ਤਪ ਰਹੇ ਸੰਸਾਰਿਕ ਜੀਵਨ ਜਿਹੜੇ ਬੜੇ ਦੁਖੀ ਸਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚੰਦਰਮਾ ਜਿਵੇਂ ਠੰਡਕ ਦਿੰਦਾ ਹੈ, ਉਸ ਤਰ੍ਹਾਂ ਦੀ ਠੰਡਕ ਤੇ ਚੰਦਰਮਾ ਵਰਗੀ ਚਾਨਣੀ ਗਿਆਨ ਦਾ ਪ੍ਰਕਾਸ਼ ਦੇਣ ਵਾਸਤੇ ਆਏ। ਕੋਏ ਨਾ ਜਿਨ ਕੇ ਅਰਿਉ ਅਗਾਰੇ, ਭਏ ਨੰਬਰ ਅਜਮਤ ਧਰ ਭਾਰੇ। ਕਿ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਅੱਗੇ ਕੋਈ ਨੇੜਿਆ, ਵੱਡੇ ਵੱਡੇ ਅਜਮਤਵਾਨ, ਵੱਡੇ ਵੱਡੇ ਰਿੱਧੀਆਂ ਸਿੱਧੀਆਂ ਦੇ ਮਾਲਕ, ਉਹ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਜੋਗੀ ਅਖਵਾਉਣ ਵਾਲੇ, ਉਹਨਾਂ ਨੇ ਵੀ ਇੱਕੋ ਗੱਲ ਕਹਿ ਦਿੱਤੀ ਸੀ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਰੇ ਗੁਰੂ ਨਾਨਕ ਸਾਹਿਬ ਜੀ ਅੱਗੇ ਝੁਕੇ।
जितक शक्त जुत पे सब तारे, रव सम उदय छपे तब सारे। कहते जिवें सारे पासे तारे जगते ने, बड़ी शक्ति तारिਆਂ ਦੀ, पर जदों सूरज चढ़ता है फिर तारे नज़र नहीं आते। असल में तारे खत्म नहीं होंगे, वो सूरज के प्रकाश में अलोप ही हो जाते हैं। ये जड़े तारे ने वहमां दे भरमां दे, ये जादू टूणियां दे, ये रिद्धियां सिद्धियां वाले, धन गुरु नानक साहब जी आए सूरज की तरह, उन्होंने ऐसा प्रकाश किया ज्ञान का कि सारे छुप गए। 15/7/96 माहू मास असोज शरद रुत ताहू। तो कवि संतोख सिंह जी लिख रहे हैं कि भाई राम कौर जी सुना रहे सन, संमत 1596 विच सरद रुत जदों शुरू होंदी, जदों असू का महीना सी, कृष्णा दसवीं पितरन दिन के, प्रभु बकुंठ गए शह तन के। तो जिन्हों ईस्वी आपां बोलने 1539, उदण कहते हनेरे पक्ष वाली 10वीं वाला दिन सी, जदों धन गुरु नानक साहब जी ज्योति जोत समा के बैकुंठ नूं चले गए। रावते कूल अभिराम, तह करतारपुरा किए ग्राम। रावे दे सोहणे किनारे दे उत्ते जिथे करतारपुर साहब नाम पिंड दा जिहड़ा है वो गुरु साहब ने आप वसाया। गुरु बस्त्र को ले सरकार, नाम देहरा बिदत उधार। उत्थे कहते धन गुरु नानक साहब के बस्त्रां का संस्कार किया गया। ये सारी कथा आपां ने सुनी है। उन्हां दे नां तो उत्थे देहरा बनाया गया। तिस गादे गुर अंगद बैसे, पोशश अपर पहर नृप जैसे। धन गुरु नानक देव सच्चे पातशाह जी की उस गुरता गद्दी उत्ते धन भाई लहणा जी विराजमान होए, जिन्होंने गुरु साहब जी ने लहणे तो गुरु अंगद देव जी बना दिता। वो हुण शोभ रहे ने। वो धन गुरु अंगद देव जी की कथा इतों भाई राम कुएर जी ने शुरू की है। तो जिमें जिमें अगे सुनाते जाएंगे, गुरु कृपा करना आप सुनते जावांगे। समय के मुताबिक इतनी बेनती प्रवान करनी हुई भुलों की किमत। आओ 1-2 मिनट होर रसना के नाल हाजिरी लवाइए, फिर समाप्ति है जी। वाहेगुरु 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 वाहेगुरु। वाहेगुरु वाहे